ਹੈਲੋ एवरीवन। ਸੋ ਇਹ ਵੀਡੀਓ ਸੈਂਪਲ ਪੇਪਰਸ ਨਾਲ ਰਿਲੇਟਡ ਆ। ਸੋ ਸੈਕੰਡ ਸੈਂਪਲ ਪੇਪਰ ਇਹਦੇ ਵਿੱਚ ਸੋਲਵ ਕੀਤਾ ਜਾਊਗਾ ਵੋਕੇਸ਼ਨਲ ਟ੍ਰੇਡ ਟੈਕਸੇਸ਼ਨ ਪ੍ਰੈਕਟਿਸ ਦੇ ਵਿੱਚ 3 ਸਬਜੈਕਟ ਜਿਹੜੇ ਹੈਗੇ ਐਲੀਮੈਂਟ ਆਫ ਬੁੱਕ ਕੀਪਿੰਗ, ਮੈਨੇਜਮੈਂਟ ਅਤੇ ਟੈਕਸੇਸ਼ਨ ਪ੍ਰੈਕਟਿਸ। ਸੋ ਇਹਦੇ ਵਿੱਚ ਹਰੇਕ ਦੇ 15-15 ਕੁਐਸਚਨ ਆ। ਸੋ ਇਹ ਜਿਹੜਾ ਕੁਐਸਚਨ ਪੇਪਰ ਆ ਸਿਰਫ ਪੰਜਾਬੀ ਦੇ ਵਿੱਚ ਆ। ਕੋਸ਼ਿਸ਼ ਕਰਾਂਗੇ ਸੋਲਵ ਕਰਦੇ ਸਮੇਂ ਵੀ ਇੰਗਲਿਸ਼ ਦੇ ਵਿੱਚ ਕੁਐਸਚਨ ਸਮਝਾਏ ਜਾਣ, ਫਿਰ ਉਹਨਾਂ ਦੇ ਆਪਸ਼ਨ ਦੱਸੇ ਜਾਣ। ਸੋ ਪਹਿਲਾ ਕੁਐਸਚਨ ਜਿਹੜਾ ਹੈਗਾ ਉਹ ਹੈਗਾ ਆਪਣੇ ਕੋਲੇ ਤਲਪਟ ਡੈਸ਼ ਦੇ ਆਧਾਰ 'ਤੇ ਤਿਆਰ ਕੀਤਾ ਜਾਂਦਾ ਹੈ। ਤਲਪਟ ਡੈਸ਼ ਦੇ ਆਧਾਰ 'ਤੇ ਤਿਆਰ ਕੀਤਾ ਜਾਂਦਾ ਹੈ। ਖਾਤਾ ਬਈ ਦੀ ਬਕਾਇਆ ਰਾਸ਼ੀਆਂ, ਕੈਸ਼ ਬੁੱਕ, ਸਹਾਇਕ ਪੁਸਤਕਾਂ, ਜਰਨਲ। ਮਤਲਬ ਟ੍ਰਾਇਲ ਬੈਲੈਂਸ ਇਜ਼ ਪ੍ਰਪੇਅਰਡ ਫਰੋਮ ਲੈਜਰ ਬੈਲੈਂਸਿਸ, ਕੈਸ਼ ਬੁੱਕ, ਸਬਸਿਡਰੀ ਬੁੱਕ, ਜਰਨਲ। ਸੋ ਆਨਸਰ ਇਜ਼ ਏ। ਜਿਹੜਾ ਟ੍ਰਾਇਲ ਬੈਲੈਂਸ ਆ ਉਹ ਲੈਜਰ ਬੈਲੈਂਸ ਤੋਂ ਪ੍ਰਪੇਅਰ ਕੀਤਾ ਜਾਂਦਾ ਵਾ। ਬੇਸਿਕਲੀ ਇਹ ਲੈਜਰ ਬੈਲੈਂਸ ਤੋਂ ਪ੍ਰਪੇਅਰ ਕੀਤਾ ਜਾਂਦਾ ਵਾ। ਨੋ ਡਾਊਟ ਜਿਹੜਾ ਇਹਦੇ ਵਿੱਚ ਕੈਸ਼ ਬੁੱਕ ਦਾ ਬੈਲੈਂਸ ਵੀ ਪਾਇਆ ਜਾਂਦਾ ਵਾ, ਸਬਸਿਡਰੀ ਬੁੱਕ ਦਾ। ਮਤਲਬ ਜਦੋਂ 4 ਆਪਸ਼ਨ ਦਿੱਤੇ ਉਹਨਾਂ ਵਿੱਚੋਂ ਸਹੀ ਆਪਸ਼ਨ ਇਹੀ ਆ ਵੀ ਇਹ ਲੈਜਰ ਬੈਲੈਂਸ ਤੋਂ ਪ੍ਰਪੇਅਰ ਕੀਤਾ ਜਾਂਦਾ। ਦੈਨ ਟ੍ਰਾਇਲ ਬੈਲੈਂਸ ਹੇਠ ਲਿਖਿਆਂ ਵਿੱਚ ਮਦਦ ਕਰਦਾ ਹੈ। ਟ੍ਰਾਇਲ ਬੈਲੈਂਸ ਹੈਲਪਸ ਇਨ ਫਾਈਨੈਂਸ਼ੀਅਲ ਪੋਜੀਸ਼ਨ, ਵਿੱਤੀ ਸਥਿਤੀ ਸੰਬੰਧੀ ਨਿਰਣਾ, ਡਿਸੀਜ਼ਨ ਅਬਾਊਟ ਫਾਈਨੈਂਸ਼ੀਅਲ ਪੋਜੀਸ਼ਨ, ਅੰਤਿਮ ਖਾਤੇ ਦੀ ਤਿਆਰੀ, ਇਨ ਪ੍ਰਪੇਰੇਸ਼ਨ ਆਫ ਫਾਈਨਲ ਅਕਾਊਂਟ, ਸਿਧਾਂਤ ਦੀਆਂ ਗਲਤੀਆਂ ਦਾ ਪਤਾ ਲਗਾਉਣਾ। ਇਹ ਤਾਂ ਪਤਾ ਲੱਗਦੀਆਂ ਹੀ ਨਹੀਂ ਕਦੀ ਵੀ ਟ੍ਰਾਇਲ ਬੈਲੈਂਸ ਤੋਂ, ਇਹਨਾਂ ਵਿੱਚੋਂ ਕੋਈ ਨਹੀਂ। ਦੇਖੋ ਵਿੱਤੀ ਸਥਿਤੀ ਬੈਲੈਂਸ ਸ਼ੀਟ ਦਾ ਪਤਾ ਲੱਗਦੀ ਆ, ਅੰਤਿਮ ਖਾਤੇ ਦੀ ਤਿਆਰੀ ਲਈ ਤਲਪਟ ਦਾ ਯੂਜ਼ ਹੁੰਦਾ ਵਾ। ਸੋ ਇਹ ਆਊਗਾ ਅੰਤਿਮ ਖਾਤੇ ਦੀ ਤਿਆਰੀ ਲਈ। ਸੋ ਇਹਦੇ 'ਚ ਆਏਗਾ ਅੰਤਿਮ ਖਾਤੇ ਦੀ ਤਿਆਰੀ ਲਈ। ਨੈਕਸਟ ਹੈਗਾ ਆਪਣੇ ਕੋਲ ਇਹਨਾਂ ਵਿੱਚੋਂ ਕਿਸ ਦਾ ਡੈਬਿਟ ਬਕਾਇਆ ਹੁੰਦਾ ਹੈ। ਡੈਬਿਟ ਆਈਟਮ ਵਿਦ ਡੈਬਿਟ ਬੈਲੈਂਸ, ਸੰਪत्तियाँ, ਪੂੰਜੀ, ਦੇਣਦਾਰੀਆਂ, ਆਮਦਨ, ਯਾਨੀ ਕਿ ਐਸੈਟ, ਕੈਪੀਟਲ, ਲਾਇਬਿਲਿਟੀਜ਼, ਇਨਕਮ। ਸੋ ਇਹਨਾਂ ਸਾਰਿਆਂ ਦੇ ਵਿੱਚੋਂ ਸੰਪत्तियाँ ਐਸੈਟਸ ਆ ਜਿਹੜਾ ਜਿਨ੍ਹਾਂ ਦਾ ਡੈਬਿਟ ਬੈਲੈਂਸ ਹੁੰਦਾ ਵਾ, ਸੰਪत्तियाँ ਦਾ ਡੈਬਿਟ ਬੈਲੈਂਸ ਹੁੰਦਾ ਵਾ। ਨੈਕਸਟ ਆਪਣੇ ਕੋਲ ਗਲਤੀ ਜਿਸ ਦਾ ਤਲਪਟ ਦੁਆਰਾ ਪਤਾ ਚੱਲ ਸਕਦਾ ਵਾ। ਐਰਰ ਵਿਚ ਕੈਨ ਬੀ ਡਿਸਕਲੋਜ਼ ਬਾਏ ਟ੍ਰਾਇਲ ਬੈਲੈਂਸ। ਐਰਰ ਆਫ ਓਮਿਸ਼ਨ, ਓਮਿਸ਼ਨ ਦੀ ਗਲਤੀ ਪੂਰੀ ਤਰ੍ਹਾਂ ਭੁੱਲ ਜਾਣ ਦੀ ਹੁੰਦੀ ਹੈ, ਇਹ ਤਾਂ ਸ਼ੋਅ ਨਹੀਂ ਹੁੰਦੀ। ਸਿਧਾਂਤ ਦੀ ਗਲਤੀ, ਇਹਦੇ ਵਿੱਚ ਅਮਾਊਂਟ ਸਹੀ ਹੁੰਦੀ ਹੈ ਬਟ ਅਕਾਊਂਟ ਗਲਤ ਪੈ ਜਾਂਦਾ, ਇਸ ਕਰਕੇ ਇਹ ਵੀ ਸ਼ੋਅ ਨਹੀਂ ਹੁੰਦੀ। ਦੈਨ ਰੈਕਟੀਫਾਈਂਗ ਐਰਰ, ਇਹਨੂੰ ਤਾਂ ਗਲਤੀ ਨੂੰ ਠੀਕ ਕਰਨ ਲਈ ਯੂਜ਼ ਕੀਤਾ ਜਾਂਦਾ, ਇਹ ਵੀ ਆਈਡੈਂਟੀਫਾਈ ਨਹੀਂ ਹੁੰਦੀ। ਸੋ ਇਹਦਾ ਆਨਸਰ ਆ ਜਾਏਗਾ ਉਪਰੋਕਤ ਵਿੱਚੋਂ ਕੋਈ ਨਹੀਂ। ਉਪਰੋਕਤ ਵਿੱਚੋਂ ਕੋਈ ਨਹੀਂ। ਨੈਕਸਟ ਹੈਗਾ ਹੇਠ ਲਿਖਿਆਂ ਵਿੱਚੋਂ ਕਿਹੜਾ ਖਾਤਾ ਸਧਾਰਨ ਬਕਾਏ ਨਾਲ ਤਲਪਟ ਵਿੱਚ ਡੈਬਿਟ ਪਾਸੇ ਦਿਖਾਇਆ ਜਾਂਦਾ ਹੈ। ਆਈਟਮ ਵਿਚ ਇਜ਼ ਸ਼ੋਨ ਇਨ ਟ੍ਰਾਇਲ ਬੈਲੈਂਸ ਔਨ ਡੈਬਿਟ ਸਾਈਡ। ਲੈਣਦਾਰਾਂ ਦਾ ਖਾਤਾ ਯਾਨੀ ਕ੍ਰੈਡੀਟਰਸ ਅਕਾਊਂਟ, ਅਨਅਰਨਡ ਇਨਕਮ ਨਾ ਕਮਾਈ ਆਮਦਨ, ਕਿਰਾਇਆ ਆਮਦਨ ਖਾਤਾ, ਰੈਂਟ ਇਨਕਮ ਅਕਾਊਂਟ, ਕੈਸ਼ ਅਕਾਊਂਟ। ਇਹਨਾਂ ਵਿੱਚੋਂ ਡੈਬਿਟ ਸਾਈਡ 'ਤੇ ਕਿਹੜਾ ਆਉਂਦਾ। ਦੇਖੋ ਲੈਣਦਾਰਾਂ ਦਾ ਕ੍ਰੈਡੀਟਰ ਆ, ਲਾਇਬਿਲਿਟੀ ਹੁੰਦੀ ਆ, ਕ੍ਰੈਡਿਟ ਹੁੰਦੀ ਆ। ਅਨਅਰਨਡ ਇਨਕਮ ਵੀ ਲਾਇਬਿਲਿਟੀ ਹੁੰਦੀ ਆ। ਕਿਰਾਇਆ ਆਮਦਨ ਇਨਕਮ ਹੁੰਦੀ ਆ, ਸੋ ਕ੍ਰੈਡਿਟ ਹੁੰਦੀ ਆ। ਸੋ ਇਸ ਕਰਕੇ ਆਨਸਰ ਆਏਗਾ ਕੈਸ਼ ਬੁੱਕ, ਕੈਸ਼ ਅਕਾਊਂਟ। ਨੈਕਸਟ ਹੈਗਾ ਟ੍ਰਾਇਲ ਬੈਲੈਂਸ ਦੁਆਰਾ ਕਿਸ ਕਿਸਮ ਦੀ ਸ਼ੁੱਧਤਾ ਦੀ ਜਾਂਚ ਕੀਤੀ ਜਾਂਦੀ ਆ। ਵਿਚ ਟਾਈਪ ਆਫ ਐਕੂਰੇਸੀ ਇਜ਼ ਟੈਸਟਡ ਬਾਏ ਟ੍ਰਾਇਲ ਬੈਲੈਂਸ। ਸਿਧਾਂਤਕ, ਵਿਵਹਾਰਕ, ਹਿਸਾਬ ਕਿਤਾਬ ਦੀ, ਇਹਨਾਂ ਵਿੱਚੋਂ ਕੋਈ ਨਹੀਂ। ਸਾਨੂੰ ਪ੍ਰਿੰਸੀਪਲ ਬੇਸਡ, ਵਿਵਹਾਰਕ, ਦੈਨ ਅਰਥਮੈਟਿਕ, ਦੈਨ ਨਨ ਆਫ ਅਬਵ। ਸੋ ਆਨਸਰ ਇਹਦਾ ਹੈਗਾ ਵਾ ਹਿਸਾਬ ਕਿਤਾਬ ਦੀ, ਲੇਖੇ ਸੰਬੰਧੀ, ਜਿਹਨੂੰ ਆਪਾਂ ਕਹਿੰਦੇ ਹਾਂ ਵਿਵਹਾਰਕ। ਨੈਕਸਟ ਹੈਗਾ ਹੇਠ ਲਿਖਿਆਂ ਵਿੱਚੋਂ ਕਿਹੜਾ ਤਲਪਟ ਦੇ ਆਧਾਰ 'ਤੇ ਤਿਆਰ ਕੀਤਾ ਜਾਂਦਾ ਹੈ।
यानी कि ट्रायल बैलेंस के बेस ते की तैयार किया जाता, विच इज़ प्रिपेयर्ड ऑन द बेसिस ऑफ ट्रायल बैलेंस, यानी कि ट्रायल बैलेंस की हैल्प नाल जर्नल प्रिपेयर की जाती है, नहीं जर्नल तो पहला प्रिपेयर होंगी सब तो, लैजर नहीं, लैजर तो जर्नल तो प्रिपेयर की जाती है, अंतिम लेखे यानी फाइनल अकाउंट इन्हां विचों कोई नहीं। सो फाइनल अकाउंट आ जिहड़े ट्रायल बैलेंस के बेस ते प्रिपेयर किए जाते हैं, इट इज़ फाइनल अकाउंट विच इज़ प्रिपेयर ऑन द बेसिस ऑफ ट्रायल बैलेंस। नैक्सट है ट्रायल बैलेंस, ये एक ਵਿੱਤੀ विवरण है, फाइनैशियल स्टेटमेंट नहीं, ये फाइनैशियल स्टेटमेंट नहीं हैगी, एक खाता है, अकाउंट भी नहीं हैगा। दोहरी लेखा प्रणाली का हिस्सा है, इट इज़ पार्ट ऑफ डबल एंट्री सिस्टम, नो इट इज़ नॉट ए पार्ट ऑफ डबल एंट्री सिस्टम। सो इसका आंसर आएगा उपरोक्त विचों कोई नहीं, तलपट किया उपरोक्त विचों कोई नहीं। नैक्सट अपने को बैंक समाधान विवरण तैयार करने का मुख्य उद्देश्य की है, वट इज़ द मेन ऑब्जेक्टिव ऑफ प्रिपेरेशन ऑफ बैंक रिकॉन्सिलेशन स्टेटमेंट। पासबुक का बकाया पता करना, नहीं। कैश बुक विच बैंक का खाते का पता करना, नहीं। कैश बुक सही करनी, नहीं। सो कैश बुक और पासबुक बकाया के अंतर के कारणों पता करना, यस। देखो जो असी बैंक रिकॉन्सिलेशन स्टेटमेंट प्रिपेयर करते हैं, वह मेन ऑब्जेक्टिव की होंदा वा, डिफरेंस पता करना भी कैश बुक ते पासबुक दे विच जिहड़े बैलेंस आ उन्हां दे विच डिफरेंस क्यों आ। इन्हां दे पासबुक का बैलेंस तो बैंक स्टेटमेंट तो पता लग जाता, कैश बुक का बैलेंस कैश बुक तो पता लग जाता, कैश बुक तो बाद चों सही होगी। सो इस करके आंसर आ कैश बुक और पासबुक विच बकाया दे विच अंतर के कारणों पता करना। नैक्सट है अपने को बैंक समाधान विवरण किहड़े बकाए तो तैयार किया जाता वा। बैंक रिकॉन्सिलेशन स्टेटमेंट इज़ स्टार्टड फ्रॉम विच बैलेंस, पासबुक के बैलेंस तो, कैश बुक के बैलेंस तो, आइदर कैश बुक और पासबुक के बैलेंस तो, नाइदर कैश बुक और पासबुक के बैलेंस। देखो बैंक रिकॉन्सिलेशन स्टेटमेंट किसी पर्टिकुलर बैलेंस तो शुरू की जाती है, दूसरा बैलेंस निकलिया आंदा होंदा, इस करके किसी तो भी शुरू की जा सकती है। सो आंसर इज़ सी, आइदर कैश बुक और पासबुक। नैक्सट है वा आमदन कर कानून द्वारा हास यानी डेप्रीसीएशन का निम्नलिखित विचों किहड़ा ढंग मान्यता प्राप्त नहीं है, विच मैथड ऑफ डेप्रीसीएशन इज़ नॉट रिकॉगनाइज्ड, किहड़ा नहीं हैगा, सीधी रेखा विधि यानी स्ट्रेट लाइन मैथड, बैलेंसड मैथड, रिटन डाउन वैल्यू मैथड, सी इन्हां विचों कोई नहीं, डी दोवें, सीधी लाइन अते घटाउण वाली संतुलन विधि। यानी कि इन्हां चों किहड़ा मैथड जिहड़ा हैगा वा ओह मंजूर नहीं किया जाता। सो आंसर हैगा वा सीधी रेखा विधि, आंसर इज़ स्ट्रेट लाइन मैथड। नैक्सट है अपने को किसी संपत्ति की बिक्री ते होए नुकसान किस नूं डेबिट किया जाता वा। देखो कोई प्रॉपर्टी आ या कोई एसट आ, उन्होंने असी सेल की, ਉਹਦੇ ਤੇ लॉस हो गया, ਉਹਨੂੰ किस नूं डेबिट किया जाएगा। सो लॉस ਜਿਹੜੇ डेबिट होंगे आ प्रॉफिट एंड लॉस अकाउंट ਨੂੰ। सो लाभहानी खाते ਨੂੰ ਉਹਨਾਂ ਨੂੰ डेबिट किया जाएगा, संपत्ति खाते ਨੂੰ किया जाऊगा, बैलेंस शीट ਨੂੰ नहीं किया जाऊगा, व्यापारिक खाते ਨੂੰ नहीं किया जाऊगा। ठीक है जी, संपत्ति खाता का क्रेडिट होंदा वा, बैलेंस शीट का तो कोई मतलब नहीं, व्यापार ट्रेडिंग अकाउंट 'ਚ आंदा ही नहीं ये। सो नैक्सट है तुहाडे कोल साल के अंत विच डेप्रीसीएशन नूं कित्थे ट्रांसफर किया जाता वा। साल के एंड ते डेप्रीसीएशन अकाउंट इज़ ट्रांसफर इन बैलेंस शीट 'ਚ ना, बैलेंस शीट 'ਚ तां एसेट दा बैलेंस लिखिया जांदा, ट्रेडिंग अकाउंट 'ਚ तां पैंदा ही नहीं, लाभहानी खाते 'ਚ या उपरोक्त विचों कोई नहीं। सो आंसर इज़ प्रॉफिट एंड लॉस अकाउंट, प्रॉफिट एंड लॉस अकाउंट 'ਚ डेप्रीसीएशन नूं असीं एंड 'ਚ ट्रांसफर कर दिंदे आ। नैक्सट है बकाया विधि विच हास या डेप्रीसीएशन ज्ञात की जाती है। इन रिड्यूसिंग बैलेंस मैथड डेप्रीसीएशन इज़ कैलकुलेटेड ऑन स्क्रैप वैल्यू ऑफ एसेट, संपत्ति के कबाड़ मुल ते, बी हैगा संपत्ति के किताबी मुल ते, बुक वैल्यू ऑफ एसेट, सी हैगा संपत्ति के खरीद मुल ते, परचेज प्राइस ऑफ एसेट, डी हैगा इन्हां विचों कोई नहीं। सो बैलेंस मैथड आ, सो बैलेंस मैथड विच डेप्रीसीएशन कैलकुलेट की जाती आ संपत्ति के किताबी मुल ते, बुक वैल्यू ऑफ एसेट ते। नैक्सट हैगा वा किसी संपत्ति की नगर विक्री होने ते किस खाते नूं क्रेडिट किया जाता वा। देखो क्रेडिट अकाउंट पूछया, यानी कि वैन एन एसेट इज़ सोल्ड फॉर कैश विच अकाउंट इज़ क्रेडिटेड। सो किहड़ा अकाउंट क्रेडिट किया जाएगा, डेप्रीसीएशन का डेबिट होंदा वा,
संपत्ति एसेट अकाउंट क्रेडिट किया जाऊगा, बैंक अकाउंट आ भी डेबिट होगा, लाभानी। सो आंसर इज़ बी, क्रेडिट किया जाएगा एसेट अकाउंट नूं, क्रेडिट किया जाएगा एसेट अकाउंट नूं। नैक्सट टैक्स के क्वेश्चन शुरू हो गए, इनकम टैक्स के। 16th क्वेश्चन आ, धारा 80C का संबंध है, सैक्शन 80C इज़ रिलेटेड टू, सैक्शन 80C किहदे नाल रिलेटेड आ? पहला लिखा तनख्वाह या पेंशन के बकाए के संबंध में नहीं, क्योंकि तनख्वाह या पेंशन के बकाए नाल संबंधित सैक्शन हैगा सैक्शन 89। व्यक्तियों की एसोसीएशन AOP तो प्राप्त हिस्से नाल नहीं, क्योंकि AOP नाल रिलेटेड सैक्शन हैगा 86। दैन बचत के नाल 80C सैक्शन रिलेटेड आ, 80C सैक्शन रिलेटेड आ बचत के नाल। सो खेती आमदन नाल सैक्शन रिलेटेड नहीं है। नैक्सट हैगा लॉटरी तो प्राप्त आमदन ते कर दी दर कितनी है? लॉटरी तो आमदन सीधा 10, 20, 30, 50, 30%। नैक्सट हैगा हेठ लिखियां विचों किहड़ी खेती आमदन नहीं है? किहड़ी खेती आमदन नहीं हैगी? खेती लई वरती जमीन का किराया, ये तो खेती आमदन हैगी आ। फुल्लां ते पनीरी तो आमदन, ये भी खेती आमदन हैगी आ। खेती नाल संबंधित फार्म हाउस तो प्राप्त आमदन, ये भी हैगी आ। अपने आप पैदा होए दरख्तां तो आमदन, ये खेती आमदन नहीं हुंदी, ये खेती आमदन नहीं हैगी। नैक्सट आ जांदा आमदन कर अधिनियम कदों होंद विच आया? सो 75 ਦੇ ਵਿੱਚ, 1976 ਚ, 1961 ਚ, 1966 ਚ। आंसर हैगा 1961 ਦੇ ਵਿੱਚ ਹੋਂਦ ਚ ਆਇਆ ਇਹ। इट इज़ एस्टैबलिश्ड। इनकम टैक्स एक्ट इज़ केम इनटू एग्जिस्टेंस इन 1961। दैन ਸਾਂਝੇਦਾਰੀ ਕਰਨ ਵਾਲੇ ਵਿਅਕਤੀਆਂ ਨੂੰ ਕੀ ਕਿਹਾ ਜਾਂਦਾ ਹੈ? द पर्सन इन्वॉल्व इन पार्टनरशिप इज़ नोन एज, प्रबंधक, मालक, साझेदार या शेयर होल्डर। सो आंसर इज़ यानी प्रबंध मैनेजर, ऑनर, पार्टनर, शेयर होल्डर। सो आंसर इज़ पार्टनर, शेयर यानी कि साझेदार कहा जाता वा। नैक्सट हैगा कुल कर की रकम नूं पूर्णांक विच किस धारा अनुसार बदलिया जाता वा? अमाउंट ऑफ टैक्स इज़ राउंड ऑफ एज इंटीगर अंडर सैक्शन, किहड़े सैक्शन देगा? देखो क्वेश्चन देखना इत्थे कुल कर की रकम नूं क्या वा, टैक्स अमाउंट नूं राउंड ऑफ करना वा। इहदा आंसर आ सैक्शन 288B। जे कुल इनकम नूं करना हुंदा फिर 288A होना सीगा, पर हुण आंसर आ B, 288B। नैक्सट आ एक ਵਿੱਤੀ साल विच किन्ने महीने हुंदे हन? सिंपल आ, एक ਵਿੱਤੀ साल दे विच किन्ने महीने हुंदे आ? आंसर इज़ 12 महीने होंगे एक ਵਿੱਤੀ साल ਦੇ ਵਿੱਚ, 12 ਮਹੀਨੇ। BOI ਤੋਂ ਕੀ ਭਾਵ ਆ? BOI ਦੀ ਫੁੱਲ ਫਾਰਮ ਆ ਬੋਡੀ ਆਫ ਇੰਡਸਟਰੀਅਲਿਸਟ, ਬੋਡੀ ਆਫ ਇੰਡੀਅਨ, ਬੋਡੀ ਆਫ ਇੰਡੀਵਿਜੂਅਲ, ਉਪਰੋਕਤ ਵਿੱਚੋਂ ਕੋਈ ਨਹੀਂ। ਸੋ ਆਂਸਰ ਇਜ਼ ਬੋਡੀ ਆਫ ਇੰਡੀਵਿਜੂਅਲ। ਕਰ ਨਿਰਧਾਰਨ ਸਾਲ 1920 ਲਈ ਇੱਕ 45 ਸਾਲ ਦੇ ਵਿਅਕਤੀ ਲਈ ਕਰ ਮੁਕਤ ਆਮਦਨ ਕਿੰਨੀ ਆ? exempted income for a person of 45 year is कितनी है? 45 ईयर के लिए आंसर इज 2,50,000, 2,50,000। नैक्सट आमदन कर अधिनियम अनुसार लंबे समय की पूंजी लाभ आमदन कितनी रकम तक कर मुक्त आ? देखो ये क्वेश्चन थोड़ा जिहा चेंज होऊगा। लंबे समय तक पूंजी लाभ, इत्थे समय आना, लंबे समय तक पूंजी लाभ इत्थे आना वा शेयरां दी आमदन तो, शेयरां दी आमदन तो, शेयरां दी आमदन तो ਜਿਹੜੇ लंबे समय के पूंजी लाभ होए आ ਉਹ किन्नी रकम तक कर मुक्त आ? सो ਇਹਦਾ आंसर हैगा वा 1 ਲੱਖ, 1 ਲੱਖ तक ਇਹ टैक्सेबल ਹੁੰਦੇ ਆ। नैक्सट हैगा तुहाडे कोले क्वेश्चन आ गया अपने कोले, धारा 87A का संबंध है। देखो सैक्शन 87A
ਦਿਸ ਇਜ਼ ਰਿਲੇਟਡ ਟੂ, ਆਪਾਂ ਪਹਿਲਾਂ ਵੀ ਕਰ ਲਿਆ ਸੀ, ਤਨਖਾਹ ਜਾਂ ਪੈਨਸ਼ਨ ਦੇ ਬਕਾਏ ਤਾਂ 89 ਨਾਲ ਰਿਲੇਟਡ ਆ, ਬੱਚਤ 80C ਨਾਲ ਰਿਲੇਟਡ ਆ, AOP 86 ਨਾਲ ਰਿਲੇਟਡ ਆ। ਸੋ ਆਨਸਰ ਇਜ਼ ਕਾਰਯੋਗ ਆਮਦਨ 5 ਲੱਖ ਰੁਪਈਏ ਤੋਂ ਘੱਟ ਹੋਣ ਦੇ ਪ੍ਰਾਪਤ ਹੋਣ ਵਾਲੀ ਰਿਬੇਟ ਨਾਲ। ਸੋ ਸੈਕਸ਼ਨ 87A ਦਾ ਰਿਲੇਸ਼ਨ ਆ ਰਿਬੇਟ ਨਾਲ, ਜਿਹੜੀ ਇਨਕਮ ਜਦੋਂ 5 ਲੱਖ ਤੋਂ, ਟੈਕਸੇਬਲ ਇਨਕਮ 5 ਲੱਖ ਤੋਂ ਘੱਟ ਹੋਵੇ ਤਾਂ ਜਿਹੜੀ ਰਿਬੇਟ ਮਿਲਦੀ ਹੈ। ਨੈਕਸਟ 27ਵਾਂ ਕੁਐਸਚਨ, ਆਮਦਨ ਕਰ ਅਧਿਨਿਯਮ ਦੀਆਂ ਕਿਹੜੀਆਂ ਧਾਰਾਵਾਂ ਅਧਿਕਾਰੀਆਂ ਦੀ ਨਿਯੁਕਤੀ ਅਤੇ ਸ਼ਕਤੀਆਂ ਨਾਲ ਸੰਬੰਧ ਰੱਖਦੀਆਂ ਹਨ? ਵਿਚ ਸੈਕਸ਼ਨ ਆਫ ਇਨਕਮ ਟੈਕਸ ਡੀਲਸ ਵਿਦ ਅਪੁਆਇੰਟਮੈਂਟ ਆਫ ਇਨਕਮ ਟੈਕਸ ਅਥਾਰਟੀਜ਼ ਐਂਡ ਦੇਅਰ ਪਾਵਰ। ਸੋ ਇਹ 'ਚ ਪਹਿਲਾਂ ਦਿੱਤਾ ਸੈਕਸ਼ਨ 92-93। ਦੇਖੋ ਸੈਕਸ਼ਨ 92-93 ਦਾ ਸੰਬੰਧ ਹੁੰਦਾ ਵਾ ਡਬਲ ਟੈਕਸੇਸ਼ਨ ਰਿਫੋਰਮ ਨਾਲ। ਧਾਰਾ 60 ਤੋਂ 4 ਰਿਲੇਟਡ ਹੁੰਦੀ ਆ ਇੰਡੀਵਿਜੂਅਲ ਦੀ ਇਨਕਮ ਦੇ ਵਿੱਚ ਜਿਹੜੇ ਦੂਸਰੇ ਪਰਸਨ ਦੀ ਇਨਕਮ ਸ਼ਾਮਲ ਹੁੰਦੀ ਉਹਦੇ ਨਾਲ। ਸੋ ਧਾਰਾ 116 ਤੋਂ 138 ਹੋਈ ਬਚੀ ਆ, ਇਹ ਇਨਕਮ ਟੈਕਸ ਅਥਾਰਟੀਜ਼ ਨਾਲ ਰਿਲੇਟਡ ਹੁੰਦੀ ਆ। ਉਪਰੋਕਤ ਵਿੱਚੋਂ ਕੋਈ ਨਹੀਂ ਧਾਰਾ ਨਹੀਂ। ਸੋ ਆਨਸਰ ਹੈਗਾ 3rd। ਨੈਕਸਟ ਹੈਗਾ ਤੁਹਾਡੇ ਕੋਲ CBDT ਦੀ ਫੁੱਲ ਫਾਰਮ ਕੀ ਆ? ਵਟ ਇਜ਼ ਦਾ ਫੁੱਲ ਫਾਰਮ ਆਫ CBDT? ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸ, ਸੈਂਟਰਲ ਬ੍ਰਾਂਚ ਆਫ ਡਾਇਰੈਕਟ ਟੈਕਸ, ਸੈਂਟਰਲ ਵਿੰਗ ਆਫ ਡਬਲ ਟੈਕਸ। ਉਪਰੋਕਤ ਵਿੱਚ ਹੋਏ ਨਹੀਂ। ਆਨਸਰ ਹੈਗਾ ਵਾ ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸ। ਨੈਕਸਟ ਹੈਗਾ ਤੁਹਾਡੇ ਕੋਲ ਹੇਠ ਲਿਖਿਆਂ ਵਿੱਚੋਂ ਆਮਦਨ ਕਰ ਅਧਿਕਾਰੀਆਂ ਦੀ ਨਿਯੁਕਤੀ ਕੌਣ ਕਰਦਾ ਹੈ? ਦੇਖੋ ਹੂ ਅਪੁਆਇੰਟ ਇਨਕਮ ਟੈਕਸ ਅਥਾਰਟੀ? ਸੈਂਟਰਲ ਗੌਰਮੈਂਟ, ਆਫਿਸਰ ਆਫ ਸੈਂਟਰਲ ਗੌਰਮੈਂਟ, ਆਫਿਸਰ ਆਫ ਬੋਰਡ। ਉਪਰੋਕਤ ਸਾਰੇ ਦੇਖੋ ਇਹ ਸਾਰੇ ਹੀ ਸੈਂਟਰਲ ਗੌਰਮੈਂਟ, ਸਾਰੇ ਹੀ ਇਨਕਮ ਟੈਕਸ ਅਥਾਰਟੀਜ਼ ਦੀ ਅਪੁਆਇੰਟਮੈਂਟ ਕਰਦੇ ਆ। ਸੋ ਆਨਸਰ ਇਜ਼ 4। ਨੈਕਸਟ ਹੈਗਾ ਤੁਹਾਡੇ ਕੋਲ ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸ ਵਿੱਚ ਕੁੱਲ ਕਿੰਨੇ ਅਧਿਕਾਰੀ ਹੁੰਦੇ ਹਨ? 2, 3, 5, 10। ਹਾਊ ਮੈਨੀ ਅਥਾਰਟੀਜ਼ ਜਾਂ ਪਰਸਨ ਆਰ ਦੇਅਰ ਇਨ ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸ? ਸੋ ਆਨਸਰ ਇਜ਼ 5। 4 ਹੁੰਦੇ ਆ ਅਤੇ 1 ਚੇਅਰਮੈਨ ਹੁੰਦਾ ਵਾ। ਨੈਕਸਟ ਕੁਐਸਚਨ ਹੈਗਾ ਤੁਹਾਡੇ ਕੋਲ ਪ੍ਰਬੰਧ ਅਤੇ ਪ੍ਰਸ਼ਾਸਨ ਦੋਨੇ ਸਮਾਨ ਹਨ, ਇਹਨਾਂ ਵਿੱਚ ਕੋਈ ਅੰਤਰ ਨਹੀਂ, ਸਹੀ ਜਾਂ ਗਲਤ? ਐਡਮਿਨਿਸਟ੍ਰੇਸ਼ਨ ਐਂਡ ਮੈਨੇਜਮੈਂਟ ਬੋਥ ਆਰ ਸੇਮ, there is no difference, true, false। ਤੈਅ ਨਹੀਂ ਕੀਤਾ ਜਾਂਦਾ which it can not be decided, none of the above। so answer is ਗਲਤ, ਇਹ ਦੋਨੇ ਸਮਾਨ ਨਹੀਂ ਹੈਗੇ, ਇਹ ਸਮਾਨ ਨਹੀਂ ਹੈਗੇ, ਗਲਤ ਆਨਸਰ। ਨੈਕਸਟ ਹੈਗਾ FW ਟੇਲਰ ਨੇ ਵਿਗਿਆਨਿਕ ਪ੍ਰਬੰਧ ਵਿੱਚ ਕੁੱਲ ਕਿੰਨੀ ਕਿਰਿਆਤਮਕ ਮਾਹਰਾਂ ਦਾ ਜ਼ਿਕਰ ਕੀਤਾ ਹੈ? ਹਾਊ ਮੈਨੀ ਫੰਕਸ਼ਨਲ ਫੋਰਮਨ ਆਰ ਸੁਜੈਸਟਡ ਬਾਏ FW ਟੇਲਰ? ਸੋ ਇਹਦਾ ਆਨਸਰ ਹੈਗਾ ਵਾ 8। ਸੋ ਉਹਨੇ 8 ਫੰਕਸ਼ਨਲ ਫੋਰਮੈਨ ਦਾ ਸੁਜੈਸਟ ਕੀਤੇ ਸੀ। 4 ਜਿਹੜੇ ਹੋਣਗੇ ਉਹ ਪਲੈਨਿੰਗ ਨਾਲ ਰਿਲੇਟਡ ਹੋਣਗੇ, 4 ਐਕਸੀਕਿਊਸ਼ਨ ਨਾਲ ਰਿਲੇਟਡ ਹੋਣਗੇ। ਨੈਕਸਟ ਹੈਗਾ ਵਾ ਹੇਠ ਲਿਖਿਆਂ ਵਿੱਚੋਂ ਕਿਹੜਾ ਵਿਗਿਆਨਿਕ ਪ੍ਰਬੰਧ ਦਾ ਸਿਧਾਂਤ ਨਹੀਂ ਹੈ? ਹੇਠ ਲਿਖਿਆਂ ਵਿੱਚੋਂ ਕਿਹੜਾ ਵਿਗਿਆਨਿਕ ਪ੍ਰਬੰਧ ਦਾ ਸਿਧਾਂਤ ਹੈ? ਵਿਚ ਇਜ਼ ਨੋਟ ਏ ਪ੍ਰਿੰਸੀਪਲ ਆਫ ਸਾਇੰਟੀਫਿਕ ਮੈਨੇਜਮੈਂਟ? ਰੂਲ ਆਫ ਥੰਬ ਮੈਥਡ ਦਾ ਬਦਲਾਵ, ਚੇਂਜ ਇਨ ਰੂਲ ਆਫ ਥੰਬ ਮੈਥਡ, ਇਹ ਤਾਂ ਹੈਗਾ ਸਿਧਾਂਤ। ਕਿਰਿਆਤਮਕ ਫੋਰਮੈਨ ਇਹ ਟੈਕਨੀਕ ਆ। ਡਿਵੈਲਪਮੈਂਟ ਆਫ ਇੰਪਲਾਈਜ਼ ਇਹ ਵੀ ਸਿਧਾਂਤ ਆ। ਏਕਤਾ ਫੁੱਟ ਨਹੀਂ, ਯੂਨਿਟੀ, ਇਹ ਵੀ ਸਿਧਾਂਤ ਆ। ਸੋ ਕਿਰਿਆਤਮਕ ਫੋਰਮੈਨ ਇਹਦਾ ਆਨਸਰ ਆ, ਕਿਉਂਕਿ ਇਹ ਇੱਕ ਤਕਨੀਕ ਆ, ਇਹ ਪ੍ਰਿੰਸੀਪਲ ਨਹੀਂ ਹੈਗਾ। ਨੈਕਸਟ ਹੈਗਾ ਹੇਠ ਲਿਖਿਆਂ ਵਿੱਚੋਂ ਕਿਹੜੀ ਵਿਗਿਆਨਿਕ ਪ੍ਰਬੰਧ ਦੀ ਤਕਨੀਕ ਨਹੀਂ ਹੈ? ਵਿਚ ਇਜ਼ ਨੋਟ ਏ ਟੈਕਨੀਕ ਆਫ ਸਾਇੰਟੀਫਿਕ ਮੈਨੇਜਮੈਂਟ? ਦੇਖੋ ਕਿਰਿਆਤਮਕ ਫੋਰਮੈਨ ਦਾ ਟੈਕਨੀਕ ਹੈਗੀ ਆ। ਕੰਮ ਦਾ ਸਰਲੀਕਰਨ ਵੀ ਟੈਕਨੀਕ ਆ, ਸਿੰਪਲੀਫਿਕੇਸ਼ਨ ਆਫ ਵਰਕ। ਤਾਲਮੇਲ ਨਿੱਜੀਕਰਨ ਨਹੀਂ, ਕੋਆਪਰੇਸ਼ਨ ਨੋਟ ਇੰਡੀਵਿਜੂਅਲਿਜ਼ਮ, ਅਤੇ ਭਿੰਨ ਪੀਸ ਡਿਫਰੈਂਟ ਵੇਜ ਰੇਟ ਸਿਸਟਮ, ਇਹ ਵੀ ਟੈਕਨੀਕ ਆ। ਸੋ ਇਹਦਾ ਮਤਲਬ ਤਾਲਮੇਲ ਨਿੱਜੀਕਰਨ ਨਹੀਂ ਤਕਨੀਕ ਨਹੀਂ ਹੈਗੀ, ਇਹ ਪ੍ਰਿੰਸੀਪਲ ਆ। ਸੋ ਇਹਦਾ ਆਨਸਰ ਆਊਗਾ C। ਨੈਕਸਟ ਆ ਗਿਆ ਆਪਣੇ ਕੋਲ ਪ੍ਰਬੰਧ ਦਾ ਪਿਤਾ ਕਿਸ ਨੂੰ ਕਿਹਾ ਜਾਂਦਾ? ਸਿੰਪਲ ਪ੍ਰਬੰਧ, ਯਾਨੀ ਕਿ ਇਹ ਸਾਇੰਟੀਫਿਕ ਨਹੀਂ ਮੈਨੇਜਮੈਂਟ ਨਹੀਂ ਹੈ, ਇਹ ਸਿੰਪਲ ਮੈਨੇਜਮੈਂਟ ਆ। ਸਿੰਪਲ ਮੈਨੇਜਮੈਂਟ ਦਾ ਪਿਤਾ ਕਿਹਨੂੰ ਕਿਹਾ ਜਾਂਦਾ ਵਾ? ਹੈਨਰੀ ਫਿਓਲ, W ਟੇਲਰ, ਐਡਮ ਸਮਿਥ, ਮਾਰਸ਼ਲ। ਸੋ ਹੈਨਰੀ ਫਿਓਲ ਨੂੰ ਕਿਹਾ ਜਾਂਦਾ ਵਾ, ਇਹ ਆਨਸਰ ਆਊਗਾ ਇਹਦਾ। ਨੈਕਸਟ ਹੈਗਾ ਵਾ ਵਿਗਿਆਨਿਕ ਪ੍ਰਬੰਧ ਘੱਟ ਲਾਗਤ ਅਤੇ ਕੰਮ ਨੂੰ ਕਰਨ ਦੀ ਵਿਧੀ ਲੱਭਣ ਨਾਲ ਸੰਬੰਧਿਤ ਹੈ, ਸਹੀ ਕਿ ਗਲਤ? ਸਾਇੰਟੀਫਿਕ ਮੈਨੇਜਮੈਂਟ ਇਜ਼ ਰਿਲੇਟਡ ਟੂ ਫਾਈਂਡ ਏ ਜੋਬ ਵਿਚ ਕੋਸਟ ਲੈਸ, which is related to finding a method which complete the work with less cost।
सो आंसर इज सही है, गलत आ, ट्रू फॉल्स विच इट कैन नॉट बी डिसाइडेड नन ऑफ अबव। सो ये सही आ भी ਇਹਦੇ 'ਚ ਅਸੀਂ ਉਹ ਮੈਥਡ ਲੱਭਦੇ ਹਾਂ ਸਾਇੰਟੀਫਿਕ ਮੈਨੇਜਮੈਂਟ ਜਿਹਦੇ ਨਾਲ ਕੰਮ ਘੱਟ ਲਾਗਤ 'ਤੇ ਕੀਤਾ ਜਾ ਸਕਦਾ ਹੋਵੇ। ਵਿਗਿਆਨਿਕ ਪ੍ਰਬੰਧ ਦਾ ਮਤਲਬ ਹੈ ਸਾਇੰਟੀਫਿਕ ਮੈਨੇਜਮੈਂਟ ਮੀਨਸ, ਸਾਇੰਟੀਫਿਕ ਮੈਨੇਜਮੈਂਟ ਦਾ ਵਿਗਿਆਨੀਆਂ ਦੁਆਰਾ ਪ੍ਰਬੰਧ, ਮੈਨੇਜਮੈਂਟ ਬਾਏ ਸਾਇੰਟਿਸਟਸ। ਸੈਕਿੰਡ ਹੈਗਾ ਪ੍ਰਬੰਧ ਲਈ ਵਿਗਿਆਨ ਦੀ ਵਰਤੋਂ, ਯੂਜ਼ ਆਫ ਸਾਇੰਸ ਫॉर ਮੈਨੇਜਮੈਂਟ। ਦੈਨ ਥਰਡ ਹੈਗਾ ਵਿਗਿਆਨ ਲਈ ਪ੍ਰਬੰਧ ਦੀ ਵਰਤੋਂ, ਦੈਨ ਯੂਜ਼ ਆਫ ਮੈਨੇਜਮੈਂਟ ਫॉर ਸਾਇੰਸ, ਦੈਨ ਵਿਗਿਆਨੀ ਲਈ ਪ੍ਰਬੰਧ, ਮੈਨੇਜਮੈਂਟ ਫॉर ਸਾਇੰਟਿਸਟ। ਸੋ ਇਹਦੇ ਵਿੱਚੋਂ ਆਨਸਰ ਹੈਗਾ ਵਾ ਪ੍ਰਬੰਧ ਲਈ ਵਿਗਿਆਨ ਦੀ ਵਰਤੋਂ, ਯੂਜ਼ ਆਫ ਸਾਇੰਸ ਫॉर ਮੈਨੇਜਮੈਂਟ। ਇਹ ਆਨਸਰ ਹੈ 'ਚ ਬੀ। ਨੈਕਸਟ ਹੈਗਾ ਤੁਹਾਡੇ ਕੋਲ ਪ੍ਰਬੰਧ ਦੇ ਸਿਧਾਂਤ ਡੈਸ਼ ਨਹੀਂ ਹਨ। ਮੈਨੇਜਮੈਂਟ ਪ੍ਰਿੰਸੀਪਲ ਆਰ ਨੋਟ ਡੈਸ਼, ਯੂਨੀਵਰਸਲ ਹੈਗੇ ਆ, ਫਲੈਕਸੀਬਲ ਹੈਗੇ ਆ, ਵਿਵਹਾਰਿਕ ਹੈਗੇ ਆ। ਸੋ ਮੈਨੇਜਮੈਂਟ ਜਿਹੜੇ ਪ੍ਰਿੰਸੀਪਲ ਆ ਉਹ ਕੰਪਲੀਟ ਯਾਨੀ ਕਿ ਸੰਪੂਰਨ ਨਹੀਂ ਹੈਗੇ। ਆਨਸਰ ਹੈਗਾ ਸੰਪੂਰਨ, ਇਹ ਸੰਪੂਰਨ ਨਹੀਂ ਹੁੰਦੇ ਮੈਨੇਜਮੈਂਟ ਦੇ ਪ੍ਰਿੰਸੀਪਲ। ਨੈਕਸਟ ਹੈਗਾ ਹੇਠ ਲਿਖਿਆਂ ਵਿੱਚੋਂ ਕਿਹੜਾ ਮੈਕਰੋ ਵਾਤਾਵਰਨ ਅਧੀਨ ਸ਼ਾਮਿਲ ਆ, ਵਿਚ ਇਜ਼ ਰਿਲੇਟਡ ਇਨ ਮੈਕਰੋ ਇਨਵਾਇਰਮੈਂਟ। ਪੋਲੀਟੀਕਲ ਇਨਵਾਇਰਮੈਂਟ ਰਾਜਨੀਤਿਕ ਵਾਤਾਵਰਨ, ਪੋਲੀਟੀਕਲ ਇਨਵਾਇਰਮੈਂਟ ਆਰਥਿਕ ਵਾਤਾਵਰਨ ਇਕਨੋਮਿਕ ਇਨਵਾਇਰਮੈਂਟ, ਲੀਗਲ ਇਨਵਾਇਰਮੈਂਟ ਕਾਨੂੰਨੀ ਵਾਤਾਵਰਨ। ਇਹ ਸਾਰੇ ਹੀ ਪਾਰਟ ਆ ਮੈਕਰੋ ਇਨਵਾਇਰਮੈਂਟ ਦੇ। ਯੋਜਨਾਬੰਦੀ ਡੈਸ਼ ਹੈ, ਪਲੈਨਿੰਗ ਇਜ਼ ਡੈਸ਼। ਪ੍ਰਬੰਧ ਦਾ ਪਹਿਲਾ ਕਾਰਜ, ਫਸਟ ਫੰਕਸ਼ਨ ਆਫ ਮੈਨੇਜਮੈਂਟ। ਪ੍ਰਬੰਧ ਦਾ ਗੈਰ ਮਹੱਤਵਪੂਰਨ ਕਾਰਜ, ਅਨਇੰਪੋਰਟੈਂਟ ਫੰਕਸ਼ਨ ਆਫ ਮੈਨੇਜਮੈਂਟ। ਪ੍ਰਸ਼ਾਸਨ ਦਾ ਦੂਜਾ ਕਾਰਜ, ਸੈਕਿੰਡ ਫੰਕਸ਼ਨ ਆਫ ਐਡਮਿਨਿਸਟ੍ਰੇਸ਼ਨ। ਇਹਨਾਂ ਵਿੱਚੋਂ ਕੋਈ ਨਹੀਂ ਨਾ ਨਵਾਂ। ਸੋ ਜਿਹੜੀ ਪਲੈਨਿੰਗ ਆ ਦੈਟ ਇਜ਼ ਫਸਟ ਫੰਕਸ਼ਨ ਆਫ ਮੈਨੇਜਮੈਂਟ, ਪ੍ਰਬੰਧ ਦਾ ਪਹਿਲਾ ਕਾਰਜ ਆ। ਨੀਤੀਆਂ ਡੈਸ਼ ਲਈ ਦਿਸ਼ਾ ਨਿਰਦੇਸ਼ ਪ੍ਰਦਾਨ ਕਰਦੀਆਂ ਹਨ। ਪੋਲਿਸੀਜ਼ ਗਿਵ ਡਾਇਰੈਕਸ਼ਨ ਫॉर ਡੈਸ਼, ਉਦੇਸ਼ਾਂ ਦੀ ਪ੍ਰਾਪਤੀ ਲਈ, ਫੈਸਲਾ ਲੈਣ ਲਈ, ਤਾਲਮੇਲ ਲਈ, ਦਿਸ਼ਾ ਨਿਰਦੇਸ਼ ਲਈ। ਯਾਨੀ ਫॉर ਟੂ ਅਚੀਵ ਆਬਜੈਕਟਿਵ, ਟੂ ਮੇਕ ਡਿਸੀਜ਼ਨ, ਟੂ ਕੋਆਪਰੇਟ, ਟੂ ਡਾਇਰੈਕਟ। ਸੋ ਆਨਸਰ ਇਜ਼ ਨੀਤੀਆਂ ਜਿਹੜੀਆਂ ਦਿਸ਼ਾ ਨਿਰਦੇਸ਼, ਨੀਤੀਆਂ ਪੋਲਿਸੀਜ਼ ਡਾਇਰੈਕਸ਼ਨ ਦਿੰਦੀਆਂ ਵਾ ਉਦੇਸ਼ਾਂ ਦੀ ਪ੍ਰਾਪਤੀ ਦੇ ਲਈ। ਨੈਕਸਟ ਹੈਗਾ ਹੇਠਾਂ ਦਿੱਤੇ ਵਿੱਚੋਂ ਕਿਹੜਾ ਪ੍ਰਬੰਧ ਦਾ ਕੰਮ ਨਹੀਂ ਹੈ, ਵਿਚ ਇਜ਼ ਨੋਟ ਏ ਫੰਕਸ਼ਨ ਆਫ ਮੈਨੇਜਮੈਂਟ। ਸਟਾਫਿੰਗ, ਕੰਟਰੋਲਿੰਗ, ਕੋਆਪਰੇਸ਼ਨ, ਪਲੈਨਿੰਗ। ਸਟਾਫਿੰਗ ਨਿਯੰਤਰਣ, ਸਹਿਕਾਰਤਾ ਅਤੇ ਯੋਜਨਾਬੰਦੀ। ਇਹਦੇ ਵਿੱਚੋਂ ਕੋਆਪਰੇਸ਼ਨ ਆ ਜਿਹੜਾ ਇਹ ਫੰਕਸ਼ਨ ਆਫ ਮੈਨੇਜਮੈਂਟ ਨਹੀਂ ਹੈ, ਸੈਂਸ ਆਫ ਮੈਨੇਜਮੈਂਟ ਹੈ ਇਹ। ਨੈਕਸਟ ਹੈਗਾ ਤੁਹਾਡੇ ਕੋਲ ਪ੍ਰਬੰਧ ਗਤੀਸ਼ੀਲ ਫੰਕਸ਼ਨ ਹੈ ਅਤੇ ਇਹ ਮੈਨੇਜਮੈਂਟ ਇਜ਼ ਏ ਡਾਇਨਾਮਿਕ ਫੰਕਸ਼ਨ ਐਂਡ ਇਟ ਇਜ਼ ਅਟਲ ਆ। ਮਤਲਬ ਅਟਲ ਮਤਲਬ ਹੈਗਾ ਵਿਚ ਕੈਨ ਨੋਟ ਬੀ ਪੋਸਟਪੋਨ। ਠੋਸ ਆ, ਪ੍ਰਣਾਲੀਗਤ ਆ, ਅਤੇ ਇਹਨਾਂ ਵਿੱਚੋਂ ਕੋਈ ਨਹੀਂ ਹੈ। ਸੋ ਦੇਖੋ ਅਟਲ ਮੀਨਸ ਹੋ ਗਿਆ ਵਿਚ ਵਿਲ ਡੈਫੀਨੇਟਲੀ ਹੈਪਨ। ਠੋਸ ਹੋ ਗਿਆ ਵਿਚ ਕੈਨ ਨੋਟ ਬੀ ਈਜ਼ਲੀ ਚੇਂਜ। ਪ੍ਰਣਾਲੀਗਤ ਹੋ ਗਿਆ ਮਤਲਬ ਸਿਸਟਮ ਵਾਈਜ਼ ਇੱਕ ਸਿਸਟਮ ਆ, ਅਤੇ ਇਹਨਾਂ ਵਿੱਚੋਂ ਕੋਈ ਨਹੀਂ ਨਨ ਆਫ ਅਬਵ। ਸੋ ਇਹਦੇ ਵਿੱਚੋਂ ਆਨਸਰ ਹੋਊਗਾ ਦੇਖੋ ਪ੍ਰਬੰਧ ਡਾਇਨਾਮਿਕ ਵੀ ਹੈਗਾ, ਅਟਲ ਨਹੀਂ ਹੈ, ਇਹਨੂੰ ਚੇਂਜ ਕੀਤਾ ਜਾ ਸਕਦਾ, ਠੋਸ ਵੀ ਨਹੀਂ ਹੈ। ਸੋ ਇਹ ਆਨਸਰ ਆਏਗਾ ਪ੍ਰਣਾਲੀਗਤ, ਸਿਸਟਮ ਓਰੀਐਂਟਡ ਕਹਿ ਲਓ ਇਹਨੂੰ। ਨੈਕਸਟ ਹੈਗਾ ਤੁਹਾਡੇ ਕੋਲ ਕਮਾਂਡ ਦੀ ਏਕਤਾ ਦਾ ਸਿਧਾਂਤ ਇਸ ਨਾਲ ਸੰਬੰਧਿਤ ਹੈ। ਯੂਨਿਟੀ ਆਫ ਡਾਇਰੈਕਸ਼ਨ ਇਜ਼ ਰਿਲੇਟਡ ਵਿਦ ਅਯੋਗਤਾ, ਇਨਐਫੀਸ਼ੀਐਂਸੀ, ਬਰਬਾਦੀ, ਡਿਸਟਰਕਸ਼ਨ, ਉਲਝਣ, ਕਨਫਿਊਜ਼ਨ, ਸਪੈਸ਼ਲਾਈਜੇਸ਼ਨ, ਵਿਸ਼ੇਸ਼ਤਾ। ਸੋ ਜਿਹੜੀ ਕਮਾਂਡ ਦੀ ਏਕਤਾ ਵਾ ਉਹਦਾ ਸੰਬੰਧ ਹੁੰਦਾ ਵਾ ਸਪੈਸ਼ਲਾਈਜੇਸ਼ਨ ਦੇ ਨਾਲ। ਸੋ ਇਹ ਸੀਗਾ ਆਪਣਾ ਸੈਂਪਲ ਪੇਪਰ। ਸੋ ਕੋਸ਼ਿਸ਼ ਇਹ ਆ ਵੀ ਸਾਰੇ ਦੇ ਸਾਰੇ ਕੁਐਸਚਨ ਆ ਜਿਹੜੇ ਉਹਨਾਂ ਦੇ ਸਹੀ ਆਨਸਰ ਦਿੱਤੇ ਜਾਣ। ਫਿਰ ਵੀ ਜੇ ਕਿਸੇ ਨੂੰ ਕਿਸੇ ਕੁਐਸਚਨ ਦੇ ਰਿਗਾਰਡਿੰਗ ਪ੍ਰੋਬਲਮ ਆ ਉਹ ਕਮੈਂਟ 'ਚ ਡਿਸਕਸ ਕਰ ਸਕਦਾ ਵਾ। ਸੋ ਥੈਂਕ ਯੂ ਵੈਰੀ ਮੱਚ ਫॉर ਵਾਚਿੰਗ। ਸੋ ਨੈਕਸਟ ਸੈਂਪਲ ਪੇਪਰ ਵੀ ਆਪਾਂ ਸੋਲਵ ਕਰਾਂਗੇ ਇਸੇ ਤਰ੍ਹਾਂ ਹੀ।